ਡੀਅਰ ਸਟੂਡੈਂਟਸ, ਮੇਰੇ यूट्यूब ਚੈਨਲ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ, ਇਹਦਾ ਅੱਜ ਵਾਲੇ ਪੇਪਰ ਦਾ ਕੰਪਲੀਟ ਸੋਲੂਸ਼ਨ ਲੈ ਕੇ ਆਉਂਗਾ ਮੈਂ। ਵੈਸੇ ਤਾਂ ਪੇਪਰ ਇੰਨਾ ਈਜ਼ੀ ਆਇਆ, ਇਹਨੂੰ ਐਨਾਲਿਸਿਸ ਕਰਨ ਦੀ ਲੋੜ ਹੀ ਨਹੀਂ ਹੈਗੀ। ਫਿਰ ਵੀ ਦੇਖ ਲੈਂਦੇ ਹਾਂ ਅਸੀਂ, ਜੇ ਕੋਈ ਡਾਊਟ ਹੋਇਆ ਕਿਸੇ ਦਾ ਤਾਂ ਉਹ ਕਲੀਅਰ ਹੋ ਜਾਊਗਾ। ਜੇ ਕਾਲੀ 'ਚ ਬਣਾਈਆਂ ਸੀਗੀਆਂ MC ਉਹਦੀ ਆਨਸਰ ਕੀ ਪਹਿਲਾਂ ਕਈ ਵਾਰੀ ਟਾਈਪ ਕਰਨ ਲੱਗਿਆ ਕੋਈ ਦਿੱਕਤ ਆ ਜਾਂਦੀ ਹੈ, ਪਰ ਸਟਿਲ ਦੇਖਦੇ ਹਾਂ। ਮੇਰੇ ਕੋਲ ਜੋ ਮੈਂ ਡਿਸਕਸ ਕਰਨ ਲੱਗਿਆ ਦੈਟ ਇਜ਼ ਦਾ ਸੈਟ B। ਕੁਐਸਚਨ ਸਾਰੇ ਸੇਮ ਹੀ ਹੈ, ਇਹ ਵਾਲੇ ਵੀ ਬਸ ਇਹਨੂੰ ਅੱਗਾ ਪਿੱਛਾ ਕਰਕੇ ਦੇਖ ਲਿਓ ਜੀ। ਸੋ ਦੇਖੋ, ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਫੀਕਲਟੀ ਲੈਵਲ ਵਧਾ ਕੇ ਕੁਐਸਚਨ ਕਰਵਾਏ ਸੀ, ਤਾਂ ਉਹ ਇਸ ਕਰਕੇ ਕਰਵਾਏ ਸੀ ਕਿਉਂਕਿ ਜੇ ਪੇਪਰ ਸੌਖਾ ਜੇ ਤਾਂ ਉਸ ਚੀਜ਼ ਦਾ ਹੱਲ ਹੁੰਦਾ, ਤੁਸੀਂ ਕਰ ਲੈਂਦੇ ਹੋ ਅਤੇ ਕਰ ਵੀ ਗਏ ਹੋ ਅੱਜ। ਬਟ ਜੇ ਕਿਤੇ ਖੁਦਾ ਨਾ ਖਾਸਤਾ ਪੇਪਰ ਥੋੜ੍ਹਾ ਜਿਹਾ ਟਫ ਆ ਜਾਂਦਾ ਤਾਂ ਵੀ ਸਾਨੂੰ ਮੈਂਟਲੀ ਪ੍ਰੀਪੇਅਰ ਰਹਿਣਾ ਪੈਂਦਾ ਵੀ ਅਗਰ ਟਫ ਆ ਜਾਏ ਜਾਂ ਜ਼ਿਆਦਾ ਟਫ ਆ ਜਾਏ ਤਾਂ ਉਹਨੂੰ ਕਿਵੇਂ ਹੈਂਡਲ ਕਰਨਾ। ਸੋ ਹਰ ਇੱਕ ਤਰ੍ਹਾਂ ਦੀ ਹੀ ਐਗਜ਼ਾਮ ਸਟ੍ਰੈਟਜੀ ਅਸੀਂ ਲੈ ਕੇ ਚੱਲਦੇ ਹੁੰਦੇ ਹਾਂ। ਤਾਂ ਕੁਝ ਬੱਚਿਆਂ ਨੇ ਮੈਨੂੰ ਮੈਸੇਜ ਕਰਕੇ ਕਿਹਾ, ਸਰ ਥੋੜ੍ਹੇ ਜਿਹੇ ਹਾਰਡ ਨੇ ਕੁਐਸਚਨ। ਹਾਰਡ ਨਹੀਂ ਹੈਗੇ ਬੇਟਾ, ਕੁਝ ਵੀ ਮੈਥਮੈਟਿਕਸ ਦੇ ਵਿੱਚ ਹਾਰਡ ਅਤੇ ਸੌਫਟ ਕੁਝ ਨਹੀਂ ਹੁੰਦਾ ਹੈਗਾ। ਕੋਈ ਈਜ਼ੀ ਤਾਂ ਡਿਫੀਕਲਟ ਨਹੀਂ ਹੁੰਦਾ ਹੈਗਾ। ਅਗਰ ਤੁਹਾਨੂੰ ਆਉਂਦਾ ਤਾਂ ਸਭ ਕੁਝ ਈਜ਼ੀ ਹੈ, ਜੇ ਨਹੀਂ ਆਉਂਦਾ ਤਾਂ ਸਭ ਕੁਝ ਹੀ ਡਿਫੀਕਲਟ ਹੈ। ਸੋ ਅੱਗੇ ਜਾ ਕੇ ਹੁਣ ਤੁਸੀਂ +2 ਤੋਂ ਬਾਅਦ ਬਹੁਤ ਸਾਰੇ ਐਂਟਰੈਂਸ ਟੈਸਟ ਦਿਓਗੇ ਜਾਂ ਕੰਪੀਟੀਸ਼ਨ ਦੇ ਵਿੱਚ ਬੈਠੋਗੇ ਤਾਂ ਤੁਹਾਨੂੰ ਪਤਾ ਲੱਗਣਾ ਲੈਵਲ ਆਫ ਡਿਫੀਕਲਟੀ ਕੀ ਹੈ। ਅਫਕੋਰਸ ਇਹ ਪੇਪਰ ਬਹੁਤ ਈਜ਼ੀ ਹੈ, ਇੱਦਾਂ ਦਾ ਫਿਊਚਰ 'ਚ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਸੇ ਕੰਪੀਟੀਸ਼ਨ ਦੇ ਵਿੱਚ ਟੈਸਟ ਦੇਖਣ ਨੂੰ ਮਿਲੂਗਾ। ਬਟ ਸਟਿਲ ਕੀ ਹੈ, ਐਗਜ਼ਾਮ ਤਾਂ ਐਗਜ਼ਾਮ ਹੀ ਹੈ ਬੇਟਾ। ਤਾਂ ਆਪਾਂ ਹੁਣ ਇਹਦਾ ਦੇਖਦੇ ਹਾਂ ਵੀ ਸਾਡਾ ਇਹ 'ਚ ਕੀ ਸਕੋਰ ਰਿਹਾ। ਸੈਕੰਡਲੀ ਇਸ ਤੋਂ ਬਾਅਦ ਕੀ 1-2 ਦਿਨਾਂ ਦੇ ਵਿੱਚ ਫਿਰ ਆਪਾਂ ਟਰਮ 2 ਦੇ ਵੀ ਲੈਕਚਰ ਕਰਨੇ ਸ਼ੁਰੂ ਕਰਾਂਗੇ, ਤਾਂ ਉਹ ਵੀ ਤੁਸੀਂ ਮੇਰੇ ਨਾਲ ਜੁੜ ਕੇ ਰਹੋ ਜੇ। ਤਾਂ ਹਾਂਜੀ, ਤਾਂ ਪਹਿਲੇ ਕੁਐਸਚਨ 'ਤੇ ਆ ਜਾਓ ਜੀ। ਮੈਂ ਪਹਿਲਾਂ ਹੀ ਦੱਸਦਾ ਜੀ, ਇਹ ਸੈਟ B ਹੈ ਆਪਣੇ ਕੋਲ। ਸੈਟ B ਦਾ ਫਸਟ ਕੁਐਸਚਨ ਹੈ ਜੀ, ਇਹਨੂੰ ਸੌਖਾ ਕੀ ਆਉਣਾ ਹੈ। ਕੰਪੋਜੀਸ਼ਨ ਆਫ ਮੈਪ ਵਾਲਾ ਹੈਗਾ, ਇਹ ਵੀ ਮੈਂ ਤੁਹਾਨੂੰ ਕਰਵਾਇਆ ਸੀਗਾ। ਸੋ ਤੁਹਾਨੂੰ ਇੱਥੇ ਉਹਨੇ ਡਾਇਰੈਕਟਿਵ ਦੇ ਛੱਡਿਆ। ਸੋ G ਆਫ F(x) ਉਹ ਪੁੱਛ ਰਿਹਾ ਸਾਡੇ ਕੋਲੋਂ। ਸੋ ਤੁਸੀਂ ਬੇਟਾ ਜਦੋਂ ਉਹਨੂੰ ਦੇਖਦੇ ਹੋ ਤਾਂ ਇਹਦੀ ਵੈਲਿਊ ਫਿਲ ਕਰ ਦਿਓ। F(x) ਦੀ ਵੈਲਿਊ ਕਿੰਨੀ ਸੀ? sin x। ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਨੂੰ ਐਬਸਟਰੈਕਟ ਰੂਪ 'ਚ ਦੇਖਿਆ ਕਰੋ। ਜਿਹਦੀ ਡੈਫੀਨੇਸ਼ਨ ਕੀ ਹੈ ਵੀ ਜੋ ਵੀ ਇਹਦੇ 'ਚ ਇਨਸਰਟ ਹੋ ਜਾਂਦਾ ਉਹ raised to power e ਹੋ ਜਾਂਦਾ। ਹੁਣ ਇਹ 'ਚ ਇਨਸਰਟ ਕੌਣ ਹੋਇਆ? sin x, ਤੋਂ ਇਹਨੇ ਕੀ ਬਣ ਜਾਣਾ ਸੀ? e raised to power sin x। ਸੋ ਤੁਹਾਡਾ ਇਸ ਕੁਐਸਚਨ ਦਾ ਆਨਸਰ ਦਿਸ ਵਨ B। ਉਸ ਤੋਂ ਬਾਅਦ ਮੈਂ ਤੁਹਾਨੂੰ ਵਾਰ-ਵਾਰ ਮੇਰੇ ਲੈਕਚਰ ਤੁਹਾਨੂੰ ਕਿਹਾ ਸੀ ਵੀ ਸਾਈਨ ਇਨਵਰਸ ਐਕਸ ਅਤੇ ਕੋਸ ਜਿਹੜੇ ਟ੍ਰਿਗਨੋਮੈਟ੍ਰਿਕ ਸ਼ੇਅਰ ਰੇਸ਼ੋਜ਼ ਹੈਗੀਆਂ ਸਾਡੀਆਂ, ਇਨਵਰਸ ਟ੍ਰਿਗਨੋਮੈਟ੍ਰਿਕ ਰੇਸ਼ੋਜ਼, ਇਹਨਾਂ ਦੀ ਡੋਮੇਨ ਰੇਂਜ ਦੇ ਵਿੱਚੋਂ 1-2 ਕੁਐਸਚਨ ਬਣਨੇ ਹੀ ਬਣਨੇ ਆ ਅਤੇ ਉਹ ਬਣੇ ਆ, ਹੈ ਨਾ। ਸੋ ਜਿਹੜਾ ਸਾਡਾ ਸੈਕੰਡ ਕੁਐਸਚਨ ਹੈ, ਇਹਦੀ ਦੱਸਿਆ ਸੀਗਾ ਜੀ ਰੇਂਜ ਕੀ ਡੋਮੇਨ ਕੀ ਹੁੰਦੀ ਹੈ, ਦਿਸ ਵਨ। ਇਹ 'ਚ ਵੀ ਕੋਈ ਦਿੱਕਤ ਨਹੀਂ ਹੈਗੀ। 1-1 ਓਨਡੂ ਦਾ ਕੁਐਸਚਨ ਹੈ ਜੀ। ਵੈਸੇ ਜਿਹੜਾ ਤੁਹਾਨੂੰ ਫੰਕਸ਼ਨ ਦਿੱਤਾ ਉਹ F(x) = x³ ਹੈ। ਅਗਰ ਤੁਸੀਂ ਇਹਦਾ ਡੈਰੀਵੇਟਿਵ ਲਓ ਤਾਂ ਉਹ ਬਣ ਜਾਂਦਾ ਜੀ 3x² ਵਿਚ ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਮਤਲਬ ਕੀ ਹੈ ਵੀ ਤੁਹਾਡਾ ਫੰਕਸ਼ਨ ਇਨਕਰੀਜ਼ਿੰਗ ਹੈ, ਤਾਂ ਇਨਕਰੀਜ਼ਿੰਗ ਫੰਕਸ਼ਨ ਹਮੇਸ਼ਾ 1-1 ਹੁੰਦੇ ਆ। ਸਟ੍ਰਿਕਟਲੀ ਇਨਕਰੀਜ਼ਿੰਗ ਅਤੇ ਡਿਕਰੀਜ਼ਿੰਗ ਦੋਨੇ ਫੰਕਸ਼ਨ ਕੀ ਹੁੰਦੇ ਆ ਸਾਡੇ ਕੋਲ 1-1 ਹੁੰਦੇ ਆ, ਹੈ ਨਾ। ਵੈਸੇ ਵੀ ਜੇ ਤੁਸੀਂ ਦੂਸਰੇ ਫੰਡੇ ਨਾਲ ਵੀ ਕਰੋਗੇ F(x) = Fy ਕਰਕੇ ਵੀ, ਤਾਂ ਇਹ ਤੁਹਾਡੇ ਕੋਲ ਹੈਗੇ ਆ ਦੋ ਰੀਅਲ ਨੰਬਰ ਹੈਗੇ ਆ। ਸੋ ਇਹਦਾ ਵੀ ਤੁਸੀਂ ਜਿਹੜਾ ਹੈਗਾ ਤੁਸੀਂ ਇਹਨੂੰ ਅੱਗੋਂ ਅਪਲਾਈ ਕਰੋਗੇ ਤਾਂ ਇਹਨੂੰ ਫੈਕਟਰਾਈਜ਼ ਕਰ ਲਓ, ਇੱਕ ਇੱਥੇ ਕੁਆਡਰੇਟਿਕ ਜੀ ਬਣ ਜਾਣੀ ਆ। ਤਾਂ x = y ਆ ਜਾਣਾ। ਸੋ 1-1 ਤਾਂ ਇਹ ਫੰਕਸ਼ਨ ਹੈਗਾ। ਓਨਡੂ ਵੀ ਹੈਗਾ ਜੀ, ਕਿਉਂਕਿ ਓਨਡੂ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਵੀ ਫਾਰ ਐਵਰੀ ਰੀਅਲ ਨੰਬਰ, ਹੈ ਨਾ, ਦੇਰ ਐਗਜ਼ਿਸਟ x, ਹੈ ਨਾ, ਉਹ ਕਿਹਦੇ ਕੋਲ ਹੋ ਜਾਣਾ y raised to power 1/3 belongs to R such that y = F(x). ਸੋ ਇਹ ਓਨਟੂ ਦੀ ਡੈਫੀਨੇਸ਼ਨ ਹੋ ਗਈ। ਸੋ ਇਸ ਕੁਐਸਚਨ ਡੈਫੀਨੇਸ਼ਨ ਫੁਲਫਿਲ ਕਰ ਗਿਆ 1-1 ਓਨਟੂ। ਸੋ ਇਹਦਾ ਤੁਹਾਡਾ ਆਨਸਰ ਜਿਹੜਾ ਕੀ ਬਣ ਗਿਆ, ਤੀਸਰੇ ਦਾ C ਬਣ ਗਿਆ ਜੀ। ਸੌਰੀ, ਅੱਗੇ ਆਓ ਜੀ। ਤਾਂ ਉਸ ਤੋਂ ਬਾਅਦ ਆ ਵੀ ਕੁਐਸਚਨ, ਇੱਕ ਹੋਰ ਗੱਲਾਂ, 40 ਦੇ 40 ਕੁਐਸਚਨ ਅਸੀਂ ਜਿਹੜੇ ਆਏ ਆ 40 ਦੇ 40 ਸਾਰੇ ਆਪਣੇ ਕੀਤੇ ਵਿੱਚੋਂ ਹੀ ਆਏ ਆ। ਤੁਸੀਂ ਮੇਰੇ ਪਿਛਲੇ ਲੈਕਚਰ ਖੋਲ੍ਹ ਕੇ ਦੇਖ ਲਓ, ਤੁਹਾਨੂੰ ਹਰ ਕੁਐਸਚਨ ਤੁਹਾਨੂੰ ਉੱਥੋਂ ਦੇਖਣ ਨੂੰ ਮਿਲਿਆ ਹੋਊਗਾ। ਸੋ ਹੁਣ ਇਹਦੇ ਵਿੱਚ ਕਿਸੇ 2 'ਤੇ ਕੰਟੀਨਿਊਸ ਦਿੱਤਾ, ਇਹਦੇ ਵਿੱਚ ਰੌਲਾ ਹੀ ਨਹੀਂ ਸੀਗਾ। ਸੋ ਇੱਥੇ ਫਿਲ ਕਰੋ ਤੁਸੀਂ K ਅਤੇ x² ਸੀ ਤਾਂ ਉੱਥੇ 2² ਫਿਲ ਕਰ ਦਿਓ, ਕਿਉਂਕਿ ਇਹ ਕੰਟੀਨਿਊਸ ਹੈ। 2 ਅਤੇ ਲੈਫਟ ਅਤੇ ਰਾਈਟ ਲਿਮਿਟ ਇਕੁਅਲ ਹੋਊਗੀ। ਸੋ ਇੱਥੋਂ ਤੁਸੀਂ K ਦੀ ਵੈਲਿਊ ਜਿਹੜੀ ਆ ਗਈ ਦੈਟ ਵਿਲ ਬੀ
3/4। ਸੋ 3/4 ਕਿਹੜਾ ਆਨਸਰ ਇਹਦਾ ਬਣਨਾ ਸੀਗਾ ਜੀ, ਇਹਦਾ ਡੀ ਬਣ ਗਿਆ ਸੀ। ਉਸ ਤੋਂ ਬਾਅਦ ਫਿਰ ਫੰਕਸ਼ਨ ਤੁਹਾਨੂੰ 5 ਤੇ ਕੰਟੀਨਿਊਸ ਦਿੱਤਾ ਹੋਇਆ 5k+1 ਲੈਫਟ ਲਿਮਿਟ ਅਤੇ ਰਾਈਟ ਕਿੰਨੀ ਬਣੀ ਹੈ 3 × 5 + 5। ਸੋ 5k+1 = 20। ਸੋ ਕੇ ਦੀ ਵੈਲਿਊ ਤੁਹਾਡੀ ਆ ਗਈ ਬੇਟਾ ਜੀ 19/5। ਹੁਣ ਉਧਰ ਆਪਸ਼ਨਾਂ ਦੇ ਵਿੱਚ ਆ ਜਾਓ ਜੀ। ਫਸਟ ਆਪਸ਼ਨ ਇਹ ਆ ਗਈ ਸੀ। ਉਸ ਤੋਂ ਬਾਅਦ ਇਹ ਸੀ ਤੁਹਾਨੂੰ 2/2 ਦੀ ਮੈਟ੍ਰਿਕਸ ਦਿੱਤੀ ਸੀ 8 ਅਤੇ 3। ਸੋ ਉਹਦਾ ਉਹਨੇ ਟਰਾਂਸਪੋਜ਼ ਪੁੱਛਿਆ। ਸੋ ਤੁਹਾਨੂੰ ਪਤਾ ਜਦੋਂ ਟਰਾਂਸਪੋਜ਼ ਕਰਨਾ ਹੁੰਦਾ ਇਕੱਲੇ ਆਹੀ ਦੋ ਐਲੀਮੈਂਟ ਚੇਂਜ ਹੁੰਦੇ ਆ ਆਹ ਵਾਲੇ 2/2 ਮੈਟ੍ਰਿਕਸ ਦੇ ਵਿੱਚ। ਸੋ ਆਹ ਚੇਂਜ ਹੋ ਗਏ 1 3 ਇੱਦਾਂ ਹੀ ਰਹਿ ਗਿਆ, ਇਹ 8 2 ਹੋ ਗਿਆ। ਤਾਂ 1 8 2 3 ਕਿੱਥੇ ਪਿਆ ਆ ਰਿਹਾ ਜੀ। ਉਸ ਤੋਂ ਬਾਅਦ ਇਸ ਤੋਂ ਸੌਖਾ ਕੁਐਸਚਨ ਕੀ ਪੁੱਛਣਾ ਉਹਨੇ, ਆਰਡਰ ਆਫ ਮੈਟ੍ਰਿਕਸ ਪੁੱਛੀ ਜਾਂਦਾ ਜੀ। ਜੇ ਤੁਸੀਂ ਦੇਖੋ ਆਰਡਰ ਪੁੱਛਿਆ ਜੀ ਕਿੰਨੀਆਂ ਰੋਜ਼ ਆ ਜੀ 2, ਕਾਲਮ ਕਿੰਨੇ ਆ ਜੀ 1 2 3 3। ਸੋ ਆਨਸਰ ਕੀ ਆ ਗਿਆ ਸੀ ਉਹਦਾ ਸਿੱਧਾ ਡਾਇਰੈਕਟ ਹੀ ਬੀ ਆਪਸ਼ਨ ਉਹਦਾ ਆਨਸਰ ਆ ਗਿਆ ਜੀ। ਵਾਰ-ਵਾਰ ਤੁਹਾਨੂੰ ਕਿਹਾ ਸੀ ਚਾਰ ਇਨਕੁਐਲਿਟੀ ਦੇ ਵਿੱਚੋਂ ਇੱਕ ਪੁੱਛੂਗਾ, ਉੱਦਾਂ ਹੀ ਉਹਨੇ ਪੁੱਛ ਲਿਆ ਜੀ। ਟ੍ਰਾਇੰਗਲ ਇਨਕੁਐਲਿਟੀ ਆ ਗਈ ਤੁਹਾਡੀ, ਦਿਸ ਇਜ਼ ਟ੍ਰਾਇੰਗਲ ਇਨਕੁਐਲਿਟੀ ਜੀ। ਸੋ ਆਹ ਤੁਹਾਡਾ ਆਨਸਰ ਆ ਗਿਆ ਜੀ। ਡਾਟ ਪ੍ਰੋਡਕਟ ਦਾ ਬੜਾ ਹੀ ਸਿੱਧਾ ਹੀ ਕੁਐਸਚਨ ਪੁੱਛ ਗਿਆ ਵੀ ਡਾਟ ਪ੍ਰੋਡਕਟ 0 ਤਾਂ ਕੀ ਹੁੰਦਾ, ਵੈਕਟਰ ਪਰਪੈਂਡੀਕੂਲਰ ਹੁੰਦੇ ਆ ਜੀ। ਇਹ ਆਪਸ਼ਨ ਆ ਗਿਆ ਜੀ ਇਹਦਾ। ਕੁਐਸਚਨ ਹੋਰ ਵੀ ਸੌਖਾ ਤੁਹਾਨੂੰ ਯਾਦ ਹੋਣਾ, ਇਹ ਕ੍ਰੋਸ ਬੀ ਕੀ ਹੁੰਦਾ ਸੀ ਤੁਹਾਡੇ ਕੋਲ, ਏਜ਼ ਮੈਗਨੀਚਿਊਡ, ਬੇਸ ਮੈਗਨੀਚਿਊਡ ਸਾਈਨ ਥੀਟਾ ਤੇ ਆ ਯੂਨਿਟ ਵੈਕਟਰ ਹੁੰਦਾ ਸੀਗਾ ਜੀ। ਸੋ ਜਦੋਂ ਤੁਸੀਂ ਇਹਦਾ ਮੋਡੂਲਸ ਲਾਓਗੇ ਯੂਨਿਟ ਵੈਕਟਰ ਨੇ 1 ਹੋ ਜਾਣਾ। ਸੋ ਏਜ਼ ਮੈਗਨੀਚਿਊਡ, ਬੇਸ ਮੈਗਨੀਚਿਊਡ, sin theta, and similarly we can talk about cos theta, dot product. So dot product ਜਦੋਂ ਤੁਸੀਂ ਲਈਏ ਇਸ ਮੈਗਨੀਚਿਊਡ, ਬੇਸ ਮੈਗਨੀਚਿਊਡ, cos theta ਡਿਵਾਈਡ ਕਰ ਦਿਓ ਜੀ 1 ਨੂੰ 2 ਨਾਲ, then you will get tan theta = a cross b divided by a dot b। ਹੁਣ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਅਕੋਰਡਿੰਗਲੀ ਇੱਥੋਂ ਕੀ ਬਣ ਗਿਆ ਸੀ, ਇਹ ਬਣ ਗਿਆ ਤੁਹਾਡੇ ਕੋਲ ਕਿੰਨਾ ਬਣ ਗਿਆ ਜੀ, ਇਹ ਤੁਹਾਡੇ ਕੋਲ ਬਣ ਗਿਆ ਜੀ 1/√3। ਹੁਣ ਦੱਸੋ ਜੀ tan ਥੀਟਾ 1/√3 ਕਦੋਂ ਹੁੰਦਾ? ਜਸਟ ਮੋਮੈਂਟ ਜੀ। ਹਾਂਜੀ ਬੇਟਾ, ਸੋ ਇਹਦੇ ਥੀਟਾ ਤੁਹਾਡੇ ਕੋਲ ਹੋ ਗਿਆ ਜੀ π/6। ਸੋ ਆਹ ਤੁਹਾਡਾ ਆਨਸਰ ਬਣ ਗਿਆ ਜੀ। ਉਸ ਤੋਂ ਬਾਅਦ ਸਲੋਪ ਆਫ ਦਾ ਨੋਰਮਲ ਤੁਹਾਨੂੰ ਦੱਸਿਆ ਸੀ ਪਹਿਲਾਂ ਟੇਂਜਰ ਦੀ ਸਲੋਪ ਕੱਢਦੇ ਹੁੰਦੇ ਜੀ ਆਪਾਂ। ਇਹਦਾ dv/dx ਫਾਈਂਡ ਆਊਟ ਕੀਤਾ, ਦੈਟ ਇਜ਼ 3x²। ਸੋ ਸਲੋਪ ਆਫ ਟੇਂਜੈਂਟ ਉਹ ਕੀ ਸੀ ਬੇਟਾ dv/dx ਐਡ x = 1 ਉਹ ਫਿਲ ਕੀਤਾ 3 × 1² = 3। ਸੋ ਸਲੋਪ ਆਫ ਨੋਰਮਲ ਕਿੰਨੀ ਹੁੰਦੀ ਹੈ ਜੀ, ਰੈਸੀਪ੍ਰੋਕਲ ਹੁੰਦਾ ਅਤੇ ਨੈਗੇਟਿਵ ਸਾਈਨ ਹੁੰਦਾ। ਦਿਸ ਵਨ ਤੁਹਾਨੂੰ ਦੱਸਿਆ ਸੀ ਅਗਰ ਕੋਈ ਫੰਕਸ਼ਨ ਕੋਈ ਡਿਫਰੈਂਸ਼ੀਏਬਲ ਐਟ ਕ੍ਰਿਟੀਕਲ ਪੁਆਇੰਟ, ਕ੍ਰਿਟੀਕਲ ਪੁਆਇੰਟ ਦੋ ਹੀ ਤਰ੍ਹਾਂ ਦੇ ਹੁੰਦੇ, ਜਾਂ ਤਾਂ ਉੱਥੇ ਡੈਰੀਵੇਟਿਵ ਜਿਹੜਾ ਹੁੰਦਾ ਉਸ ਪੁਆਇੰਟ ਦੇ ਉੱਤੇ ਡੈਰੀਵੇਟਿਵ 0 ਹੁੰਦਾ ਜਾਂ ਡਜ਼ ਨਾਟ ਐਗਜ਼ਿਸਟ ਹੁੰਦਾ। ਤਾਂ ਉਹਨੇ ਕਹਿਤਾ ਵੀ ਤੁਹਾਡਾ ਡਜ਼ ਨਾਟ ਐਗਜ਼ਿਸਟ ਹੋਗਾ ਕਿਉਂਕਿ ਉਹਨੇ ਪਹਿਲੇ ਡਿਫਰੈਂਸ਼ੀਏਬਲ ਕਹਿ ਦਿੱਤਾ, ਇਸ ਕਰਕੇ ਡੈਰੀਵੇਟਿਵ ਉੱਥੇ ਕੀ ਹੋਊਗਾ ਜੀ 0 ਹੋਊਗਾ। ਆਪਸ਼ਨ ਕੀ ਹੋ ਗਿਆ ਜੀ ਸੀ ਹੋ ਗਈ। ਸੋ ਨੈਕਸਟ ਕੁਐਸਚਨ 'ਤੇ ਆ ਜਾਓ ਜੀ। ਸਿੱਧਮ ਸਿੱਧਾ ਐਕਚੁਅਲ 'ਚ ਕੀ ਆ, ਪ੍ਰੋਬੇਬਿਲਿਟੀ ਦੇ ਜਿੰਨੇ ਵੀ ਕੁਐਸਚਨ ਪਾਏ ਆ ਉਹਨੇ ਸਾਰੇ ਦੇ ਸਾਰੇ +1 ਵਾਲੇ ਹੀ ਪਾ ਗਿਆ, ਕੋਈ ਨਵੀਂ ਚੀਜ਼ ਨਹੀਂ ਉਹਨੇ ਪੁੱਛੀ। ਸੋ ਤੁਹਾਨੂੰ ਪਤਾ ਹੀ ਹੈ ਜੀ ਪ੍ਰੋਬੇਬਿਲਿਟੀ ਆਫ A ਯੂਨੀਅਨ B ਕਿਸ ਦੇ ਇਕੁਅਲ ਹੁੰਦਾ, ਦੈਟ ਇਜ਼ ਪ੍ਰੋਬੇਬਿਲਿਟੀ ਆਫ A + probability of B minus probability of A intersection B. So what is the probability of 1/2 plus 3/8 minus 1/5? So ये कितना हो गया जी 7/8 minus 1/5 40। ਸੋ ਬੇਟਾ ਜੀ ਆ ਤੁਹਾਡਾ ਡਾਇਰੈਕਟ ਆਨਸਰ ਆ ਗਿਆ ਜੀ। ਇਹ ਕੋਇਨ ਇਜ਼ ਮਾਰਕਡ ਵਿਦ ਹੈਡ ਔਨ ਬੋਥ ਸਾਈਡ, ਦੋਵੇਂ ਪਾਸੇ ਹੈਡ ਆ ਜੀ। ਤਾਂ ਜਦੋਂ ਕੋਇਨ ਨੂੰ ਸਿੱਟੋਗੇ ਟੇਲ ਕਿਵੇਂ ਆਊਗਾ ਜੀ, ਪ੍ਰੋਬੇਬਿਲਿਟੀ ਇੰਪੋਸੀਬਲ ਈਵੈਂਟ ਆ ਜੀ, ਪ੍ਰੋਬੇਬਿਲਿਟੀ 0 ਜੀ।
2 dice are thrown. Once the probability of getting 6 at least one on dice है ना ਸਿੱਧਾ ਜੀ ਹੈਡ ਦੀ ਮੰਨ ਲਓ ਈਵੈਂਟ ਲੈ ਲਓ ਤੁਸੀਂ ਜਿਹੜੀ ਹੈਗੀ ਆ ਵੀ 6 ਆਉਣਾ ਹੋਵੇ ਤਾਂ ਉਹ 2 ਸਿਟੀਆਂ ਜਦੋਂ ਤੁਸੀਂ ਡਾਈਜ਼ ਇੱਦਾਂ ਕਰਕੇ ਆ 2 ਆ ਤਾਂ 1 2 3 4 5 6 ਇਹ ਵੀ ਆਪਾਂ ਕੁਐਸਚਨ ਕੀਤਾ ਸੀ ਬਟ ਥੋੜ੍ਹੇ ਜਿਹੇ ਡਿਫਰੈਂਟ ਵੇ ਨਾਲ ਕੀਤਾ ਸੀਗਾ 5 6 ਤਾਂ ਹੋ ਸਕਦਾ ਹੈਡ ਕੋਈ ਨਾ ਆਵੇ ਇੱਕ ਆਵੇ ਜਾਂ 2 ਆਵੇ ਆਪਾਂ ਨੂੰ ਸਿਚੁਏਸ਼ਨ ਉਹਨੇ ਦੋਨੇ ਹੀ ਪੁੱਛੀਆਂ ਵੀ ਐਟਲੀਸਟ 1 0 ਵਾਲੀ ਨਹੀਂ ਪੁੱਛੀ ਵੈਸੇ ਇਹਦਾ ਕੇਸ ਆ ਵੀ ਜਦੋਂ 0 ਵਾਲੀ ਤੇ ਪ੍ਰੋਬੇਬਿਲਿਟੀ ਕੀ ਬਣਨੀ ਸੀਗੀ ਜੇ ਇਹ ਪੁੱਛ ਲੈਂਦਾ ਤਾਂ ਵੀ ਕੋਈ ਹੈਡ ਨਹੀਂ ਆਇਆ ਐਸਾ ਤਾਂ ਉਹਦੇ ਵਿੱਚ ਆ 5 ਕੇਸ ਬਣਦੇ ਸੀ ਤੇ 5 ਆ ਬਣਦੇ ਸੀ 5 × 5 25 ਇਹਦੀ ਪ੍ਰੋਬੇਬਿਲਿਟੀ ਬਣਨੀ ਸੀ 25/6 ਜੇ ਉਹਨੇ ਪੁੱਛਿਆ ਵੀ ਇੱਕ ਹੀ ਹੈਡ ਆਉਂਦਾ ਫਿਰ ਪ੍ਰੋਬੇਬਿਲਿਟੀ ਆਉਣੀ ਸੀ ਫਿਰ ਇੱਦਾਂ ਆਉਣੀ ਸੀ ਵੀ ਇੱਕ ਆਹ ਵਾਲਾ 6 ਅਤੇ ਇਹਦੇ ਨਾਲ 2 3 4 ਅਤੇ 5 ਕੇਸ ਆ ਬਣਨੇ ਸੀ ਅਤੇ 5 ਦੂਸਰੇ ਪਾਸਿਓਂ ਮੈਂ ਕਲਰ ਡਿਫਰੈਂਟ ਕਰਕੇ ਦੱਸ ਦੇਣਾ ਤੁਹਾਨੂੰ ਫਿਰ 5 ਆ ਬਣਨੇ ਸੀ 1 2 3 4 5 ਸੋ ਫਿਰ ਤੁਹਾਡੀ ਪ੍ਰੋਬੇਬਿਲਿਟੀ ਬਣ ਜਾਣੀ ਸੀ 10/36 ਪਰ ਜੇ ਪੁੱਛਦਾ ਵੀ ਦੋਨਾਂ 'ਤੇ ਹੈਡ ਆਉਂਦਾ ਫਿਰ ਆ ਇੱਕੋ ਹੀ ਕੇਸ ਬਣਨਾ ਸੀਗਾ ਮੈਂ ਫਿਰ ਇੱਕ ਡਿਫਰੈਂਟ ਕਲਰ ਨਾਲ ਦੱਸ ਦੇਣਾ ਤੁਹਾਨੂੰ ਯੈਸ ਯੈਲੋ ਲੈ ਲਓ ਸੋ ਫਿਰ ਆਪਣਾ ਆਹੀ ਦੋਵਾਂ ਦੇ ਉੱਤੇ ਇੱਕ ਹੀ 6 ਆਉਣਾ ਸੀਗਾ ਸੋ ਫਿਰ ਉਹਦੀ ਪ੍ਰੋਬੇਬਿਲਿਟੀ ਬਣਨੀ ਸੀ 1/6 ਹੁਣ ਕਿਉਂਕਿ ਉਹਨੇ ਇਹ ਕਿਹਾ ਵੀ ਐਟਲੀਸਟ 1 ਮਤਲਬ ਦੋਵਾਂ ਵਾਲਾ ਆ ਕੇਸ ਦੋਨੇ ਬਣ ਗਏ ਸੋ ਤੁਹਾਡਾ ਆਨਸਰ ਪਾਉਣਾ ਸੀ 11/36 ਇੱਕ ਮਿੰਟ ਇੱਥੇ 36 ਇਹਨੂੰ ਸੈੱਟ ਕਰਕੇ ਲਿਖ ਦਿਓ ਇੱਥੇ 1/36 ਸੋ 11/36 ਆਹ ਵਾਲਾ ਆਨਸਰ ਆ ਗਿਆ ਸੀ ਉਸ ਤੋਂ ਬਾਅਦ ਹੈ ਜੀ a card is drawn from a well shuffled deck of 52 cards the probability getting ace of spade ਹੈ ਨਾ 52 ਪੱਤੇ ਆ ace of spade ਇੱਕੋ ਹੀ ਹੁੰਦਾ ਸੀ 1/52 ਆਨਸਰ ਬਣਨਾ ਸੀਗਾ ਜੀ ਕੁਐਸਚਨ 17 ਹੈ ਜੀ ਇਹਦੀ cos 1/2 ਦੀ ਵੈਲਿਊ ਇਦੋਂ ਸੌਖਾ ਕੀ ਕੁਐਸਚਨ ਹੋਊਗਾ 1/2 ਦੀ ਵੈਲਿਊ ਕਿੱਥੇ ਹੁੰਦੀ ਹੈ ਉਹਦੀ ਵੈਲਿਊ ਹੁੰਦੀ ਹੈ π/3 ਤੇ ਵਾਰ ਦੱਸਿਆ ਸੀ ਫਾਰਮੂਲਾ ਤੁਹਾਨੂੰ ਆਉਣਾ x+y ਵਾਲਾ ਸੀਗਾ ਸੋ ਦਿਸ ਡਾਇਰੈਕਟ ਫਾਰਮੂਲਾ ਜੀ ਆ ਤੁਹਾਨੂੰ ਰਿਜ਼ਲਟ ਯਾਦ ਹੋਣਾ cos θ = θ if θ belongs to 0 to π 180 ਦੇ ਵਿੱਚ ਆਉਣਾ ਸੀਗਾ ਅਤੇ ਆ ਤਾਂ ਵੈਸੇ ਹੀ 2π/3 120 ਹੁੰਦਾ ਸੋ ਇਹਦਾ ਆਨਸਰ ਆਹੀ ਹੋ ਗਿਆ ਜੀ ਸੋ ਆਹ ਵੀ ਆਪਾਂ ਵਾਰ ਕੀਤਾ ਸੀ ਅਤੇ ਉਹਦੇ ਵਿੱਚ ਵੀ ਸੀ ਵੀ ਆਹ ਵਾਲੀ ਵੈਲਿਊ ਅਤੇ ਆਹ ਵੈਲਿਊ ਸੇਮ ਹੋਣੀ ਚਾਹੀਦੀ ਹੁੰਦੀ ਹੈ ਸੋ x ਦੀ ਵੈਲਿਊ 1/3 ਆ ਗਈ ਇਹ 'ਚ ਵੀ ਕੋਈ ਦਿੱਕਤ ਨਹੀਂ ਸੀ ਪਹਿਲਾਂ ਹੀ ਦੱਸਿਆ ਸੀ ਤੁਹਾਨੂੰ ਡੋਮੇਨ ਦੇ ਰੇਂਜ 'ਚ ਕੁਐਸਚਨ ਆਉਣਾ ਹੀ ਆਉਣਾ ਇਨਵਰਸ ਟ੍ਰਿਗਨੋਮੈਟਰੀ ਦਾ ਇਹਦੀ ਜਿਹੜੀ ਮੈਂ ਰੇਂਜ ਪੁੱਛ ਰਿਹਾ ਸੋ 0 to π ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈਗੀ ਜੀ ਨੈਕਸਟ ਕੁਐਸਚਨ ਹੈ ਜੀ 20 fx ਜਿਹੜਾ ਤੁਸੀਂ ਇਹਦਾ ਡੈਰੀਵੇਟਿਵ ਲਾਉਂਗੇ ਉਹ ਬਣ ਜੂਗਾ ਜੀ cos x ਤੋਂ ਆਹ ਤੁਹਾਡਾ ਫਸਟ ਕੁਆਡਰੈਂਟ ਸੈਕਿੰਡ ਥਰਡ ਫੋਰਥ ਹੈ ਨਾ ਤਾਂ ਫੰਕਸ਼ਨ ਸਟਿਕਲੀ ਇਨਕਰੀਜ਼ਿੰਗ ਕਦੋਂ ਹੋਊਗਾ ਅਤੇ ਜਦੋਂ ਤੁਹਾਡਾ cos x ਪੋਜ਼ੀਟਿਵ ਹੋਊਗਾ ਸੋ cos x ਪੋਜ਼ੀਟਿਵ ਇੰਟਰਵਲਾਂ ਦੇ ਹਿਸਾਬ ਨਾਲ ਦੇਖੋ ਕਿਹਦੇ ਵਿੱਚ ਹੁੰਦਾ ਫਸਟ 'ਚ ਹੁੰਦਾ ਇੱਕ ਤਾਂ 0 to π/2 ਅਤੇ ਇੱਕ ਤੁਹਾਡਾ ਆ ਹੋ ਗਿਆ 2π/3 ਤੋਂ 2π 2π/3 ਵਾਲਾ ਤਾਂ ਆਪਸ਼ਨ 'ਚ ਹੈ ਨਹੀਂ ਗਾ ਜੀ ਸੋ ਆਹ ਵੀ ਆਪਸ਼ਨ ਡਿਸਕਾਰਡ ਆ ਵੀ ਇੱਕੋ ਹੀ ਰਹਿ ਗਈ ਆਪਸ਼ਨ ਆਨਸਰ C ਆ ਗਿਆ ਜੀ ਆਹ ਵੀ ਕੱਲ੍ਹ ਮੈਂ ਤੁਹਾਨੂੰ ਦੱਸ ਰਿਹਾ ਸੀ ਇੱਕ ਟੈਸਟ ਦੇ ਵਿੱਚ ਜਿਹਨੇ ਮੇਰੇ 5 ਟੈਸਟ ਦੇਖਿਆ ਨਾ ਉਹਦੇ ਲਈ ਤਾਂ ਪਾਣੀ ਇਹ ਪੇਪਰ ਬਟਰ ਵਾਂਗੂ ਹੀ ਸੀਗਾ ਸੋ ਆਹ ਤੁਹਾਨੂੰ ਦੱਸਿਆ ਸੀ ਕੱਲ੍ਹ ਹੀ ਕਰਵਾਇਆ ਸੀ ਇੱਕ ਕੁਐਸਚਨ ਦੇ ਵਿੱਚ ਵੀ x ਨੂੰ ਤੁਸੀਂ ਕੀ ਲਿਖ ਲਓ tan θ ਲਿਖ ਲਓ ਤਾਂ ਫਿਰ ਆ ਤੁਹਾਡੇ ਕੋਲ cos 2θ ਕਿਸ ਦੇ ਇਕੁਅਲ ਆ ਜਾਂਦਾ ਸੀਗਾ ਇਹ ਹੁੰਦਾ 1 - tan² θ ਅਤੇ so 1 plus tan² θ so cos ਇਨਵਰਸ 1 - x², 1 plus x² ਬੇਸਿਕਲੀ ਕਿਸ ਦੇ ਇਕੁਅਲ ਹੋ ਗਿਆ ਸੀ 2 tan ਇਨਵਰਸ x ਦੇ ਮੈਂ ਤੁਹਾਨੂੰ ਦੱਸਿਆ ਸੀ ਨਾ ਡੈਰੀਵੇਟਿਵ ਵੀ ਪੁੱਛ ਲੈਂਦਾ ਉਹੀ ਗੱਲ ਕਰਤੀ ਉਹਨੇ ਸੋ ਤੁਸੀਂ ਹੁਣ ਇਹਦਾ ਜੇ ਤੁਸੀਂ ਇਹਦਾ ਡੈਰੀਵੇਟਿਵ ਲਾਓਗੇ ਸੋ ਇਹਦਾ ਡੈਰੀਵੇਟਿਵ ਲਿਆ ਸੋ ਇਹਦਾ ਡੈਰੀਵੇਟਿਵ ਲਿਆ ਦੈਟ ਇਜ਼ 2 1 plus x²। ਹੁਣ ਇਹਦੂ ਸੌਖਾ ਕੀ ਪੁੱਛੂਗਾ ਉਹ ਨਹੀਂ ਪੁੱਛਦਾ ਜੀ ਨੈਕਸਟ ਕੁਐਸਚਨ 'ਤੇ ਆ ਜਾਓ ਜੀ ਰੇਟ ਆਫ ਚੇਂਜ ਦਾ ਕੁਐਸਚਨ ਆ ਜੀ ਸਕੇਅਰ ਦਿੱਤਾ ਜੀ ਆ ਰਿਹਾ ਜੀ ਸਾਡਾ ਸਕੇਅਰ ਅਤੇ ਸਕੇਅਰ ਦੀ ਹਰੇਕ ਸਾਈਡ ਹੁੰਦੀ ਹੈ x ਅਤੇ ਪੈਰੀਮੀਟਰ ਉਹਦਾ ਕਿੰਨਾ ਹੋ ਗਿਆ ਜੀ 4x ਅਤੇ ਜਦੋਂ ਇਹਦਾ ਡੈਰੀਵੇਟਿਵ ਲਿਆਂਗੇ ਆ 4x ਅਤੇ ਡੈਰੀਵੇਟਿਵ ਲਿਆ dp/dx ਉਹ ਤੁਹਾਡੇ ਕੋਲ ਆ ਗਿਆ 4 ਸੋ ਤੁਹਾਡਾ ਆਨਸਰ ਕਿੰਨਾ ਆ ਗਿਆ ਜੀ ਇਹਦੇ ਵਿੱਚ C ਆ ਗਿਆ ਜੀ ਇਫ ਇਜ਼ ਐਨੀ ਇਵੈਂਟ ਦੈਨ
ਪ੍ਰੋਬੇਬਿਲਿਟੀ ਕੋਈ ਵੀ ਇਵੈਂਟ ਹੋਵੇ ਜੀ 0 ਤੋਂ 1 ਦੇ ਵਿਚਕਾਰ ਹੀ ਹੁੰਦੀ ਹੈ। ਇਹਦਾ ਸੀ ਆਨਸਰ ਆ ਗਿਆ ਜੀ। ਉਸ ਤੋਂ ਬਾਅਦ ਨਾਟ ਈ ਹੋਣ ਦੀ ਅਤੇ ਨਾ ਹੋਣ ਦੀ ਪ੍ਰੋਬੇਬਿਲਿਟੀ ਦਾ ਸਮ ਹਮੇਸ਼ਾ ਹੀ ਜਿਹੜਾ ਹੁੰਦਾ ਉਹ 1 ਹੁੰਦਾ। ਸੋ ਇਹ ਕਿੰਨਾ ਹੋਣਾ ਸੀ ਫਿਰ 1 - 5/7 ਸੋ 2/7 ਸੋ ਆਨਸਰ ਆ ਗਿਆ ਜੀ। ਤਾਂ ਉਸ ਤੋਂ ਬਾਅਦ ਪ੍ਰੋਜੈਕਸ਼ਨ ਹੈ ਜੀ। ਪ੍ਰੋਜੈਕਸ਼ਨ A ਔਨ B ਦਾ ਫਾਰਮੂਲਾ ਕੀ ਹੁੰਦਾ ਜੀ, ਉਹ ਹੁੰਦਾ ਆਪਣੇ ਕੋਲ ਡਿਵਾਈਡਡ ਬਾਈ B's ਮੈਗਨੀਚਿਊਡ। ਸੋ B's ਮੈਗਨੀਚਿਊਡ ਤੁਸੀਂ ਜਦੋਂ ਕੱਢੋਗੇ ਤਾਂ ਉਹ ਬਣ ਗਿਆ ਜੀ ਤੁਹਾਡੇ ਕੋਲ 9 + 16 + 1 16 × 3 = 25 ਅਤੇ 1 26। ਸੋ ਰੂਟ ਦੇ ਵਿੱਚ 26 ਇੱਕੋ ਹੀ ਆਪਸ਼ਨ ਦੇ ਵਿੱਚ ਹੈ। ਸੋ ਆਨਸਰ ਤੁਹਾਡਾ ਇਹ ਬਣ ਗਿਆ ਜੀ। ਮੈਗਨੀਚਿਊਡ ਜੀ ਬਹੁਤ ਸੌਖਾ, ਇਹਦੂ ਸੌਖਾ ਕੀ ਹੋ, ਮੈਨੂੰ ਤਾਂ ਹੈਰਾਨ ਆ ਮੈਨਾਂ ਪੇਪਰ ਸੌਖਾ ਐਗਜ਼ਾਮੀਨਰ ਪੁੱਛ ਕਿਵੇਂ ਗਿਆ। ਸੋ ਚਲੋ ਪੁੱਛ ਗਿਆ ਤਾਂ ਵਧੀਆ ਗੱਲ ਆ, ਬੱਚਾ ਦਾ ਨੁਕਸਾਨ ਨਹੀਂ ਹੋਣਾ, ਪਰਸੈਂਟੇਜ ਅੱਛੀ ਹੋਊਗੀ। ਅਸੀਂ ਡਿਫੀਕਲਟ ਲਈ ਵੀ ਪ੍ਰਪੇਅਰ ਸੀਗੇ। ਤਾਂ ਆਹ ਸਾਡੇ ਕੋਲ ਹੋ ਗਿਆ ਜੀ, ਇਹਨੂੰ ਤੁਸੀਂ 74 ਹੋ ਗਿਆ ਜੀ। ਉਸ ਤੋਂ ਬਾਅਦ ਪ੍ਰੋਬੇਬਿਲਿਟੀ B ਗਿਵਨ A ਪੁੱਛ ਰਿਹਾ ਜੀ। ਸੋ ਪ੍ਰੋਬੇਬਿਲਿਟੀ ਆਫ A ਇੰਟਰਸੈਕਸ਼ਨ B ਡਿਵਾਈਡਡ ਬਾਈ ਪ੍ਰੋਬੇਬਿਲਿਟੀ ਆਫ A, ਉਹ ਕਿੰਨੀ ਸੀ 1/5 ਅਤੇ ਇਹਦੀ ਪ੍ਰੋਬੇਬਿਲਿਟੀ ਸੀ ਕਿੰਨੇ 1/5। ਸੋ ਪ੍ਰੋਬੇਬਿਲਿਟੀ ਕਿੰਨੀ ਹੈ 2/5। ਸੋ ਆਪਸ਼ਨ A ਆ ਗਈ ਜੀ। ਉਸ ਤੋਂ ਬਾਅਦ ਹੈ ਜੀ ਪੁੱਛ ਰਿਹਾ 2 ਐਲੀਮੈਂਟ, ਦਿਸ ਇਜ਼ 2 ਐਲੀਮੈਂਟ। ਸੋ ਕਰੈਕਟ ਆਪਸ਼ਨ B ਹੋ ਗਈ ਜੀ। 6 ਆਨਸਰ ਆ ਗਿਆ ਜੀ ਤੁਹਾਡਾ। ਕੱਲ੍ਹ ਹੀ ਕਰਵਾਇਆ ਸੀ ਦਾ ਮੈਟ੍ਰਿਕਸ ਵਿੱਚ ਸਿਮੈਟ੍ਰਿਕ ਐਜ਼ ਵੈਲ ਸਕਿਊ ਸਿਮੈਟ੍ਰਿਕ ਕਿਹੜੀ ਹੁੰਦੀ ਹੈ ਜੀ, 0 ਹੁੰਦੀ ਹੈ ਜੀ। ਸੋ ਨੈਕਸਟ ਕੁਐਸਚਨ ਇਹਦੇ ਵਿੱਚ ਦੇਖੋ ਜੀ, x- ਦੋ ਮੈਟ੍ਰਿਸਿਸ ਇਕੁਅਲ ਕਦੋਂ ਹੁੰਦੀਆਂ, ਜਦੋਂ ਉਹਨਾਂ ਦੇ ਕੋਰਸਪੋਂਡਿੰਗ ਐਲੀਮੈਂਟ ਇਕੁਅਲ ਹੋਣ। ਇੱਧਰ ਆ ਇਕੁਅਲ ਹੈ ਅਤੇ x 4 ਦੇ ਇਕੁਅਲ ਹੈ। ਸੋ x ਦੀ ਵੈਲਿਊ 4 ਸੀ। ਸੋ ਤੁਸੀਂ ਫਿਲ ਕਰ ਦਿਓ ਜੀ। ਸੋ y ਦੀ ਵੈਲਿਊ ਇੱਥੇ -1 ਆ ਗਈ। ਸੋ ਤੁਹਾਡਾ D ਆਨਸਰ ਆ ਗਿਆ ਜੀ। ਸੋ ਉਸ ਤੋਂ ਬਾਅਦ AB = C, A ਦਾ ਆਰਡਰ ਪਤਾ ਕਰਨਾ ਸੀ, ਤੁਹਾਨੂੰ ਦੱਸਿਆ ਸੀ। ਸਪੋਜ਼ ਕਰੋ P × Q ਹੈ ਅਤੇ B ਦਾ ਆਰਡਰ ਦਿੱਤਾ ਹੋਇਆ 3 × 4 ਅਤੇ ਦੂਸਰੇ ਪਾਸੇ ਕਿੰਨਾ C ਦਾ ਆਰਡਰ ਦਿੱਤਾ 5 × 4। ਵੈਸੇ ਇੱਕ ਤਰੀਕਾ ਹੋਰ ਵੀ ਪੁੱਠਾ ਸੋਚਣ ਦਾ, ਮੈਂ 5/4 ਸਾਡੇ ਫਾਈਨਲ ਪ੍ਰੋਡਕਟ ਹੈ ਅਤੇ ਸਾਨੂੰ ਇੱਥੇ ਜਿਹੜੀ ਵੀ ਆਨਸਰ ਆ ਉਹਦਾ ਜਿਹੜਾ ਲਾਸਟ ਵਾਲਾ ਨੰਬਰ ਆਫ ਕਾਲਮਸ ਇਹਦੇ ਬਰਾਬਰ ਹੋਣੇ ਚਾਹੀਦੇ। 4 ਆਪਸ਼ਨਾਂ ਵੇਖ ਲਓ ਕਿਹਦੇ ਵਿੱਚ ਹੈ, ਇਕੱਲੀ B ਆਪਸ਼ਨ ਦੇ ਵਿੱਚ ਹੀ, ਹੋਰ ਕਿਸੇ 'ਤੇ ਨਹੀਂ। ਦੱਸਿਆ ਸੀ ਮੈਟ੍ਰਿਸਿਸ ਦਾ ਸਮ ਕਦੋਂ ਡਿਫਾਈਨ ਹੁੰਦਾ, ਵੈਨ ਦੇ ਆਰ ਆਫ ਸੇਮ ਆਰਡਰ। ਤਾਂ ਇਹਦਾ ਵੀ ਆਨਸਰ ਕੀ ਹੋਣਾ 3/4 ਹੀ ਹੋਊਗਾ ਜੀ। ਡਬਲ ਡੈਰੀਵੇਟਿਵ ਦਾ ਆ ਗਿਆ ਜੀ। ਸਿੰਗਲ ਡੈਰੀਵੇਟਿਵ ਲਿਆ ਜੀ ਤਾਂ 3x² - 2 ਹੋ ਗਿਆ। ਡਬਲ ਡੈਰੀਵੇਟਿਵ ਲਿਆ ਜੀ 6x ਹੋ ਗਿਆ। ਅਤੇ ਡਬਲ ਡੈਰੀਵੇਟਿਵ ਦੇ ਵਿੱਚ ਤੁਸੀਂ ਜਦੋਂ 2 ਫਿਲ ਕੀਤਾ ਤਾਂ ਤੁਹਾਡਾ ਹੋ ਗਿਆ ਜੀ 6 × 2 = 12 ਆ ਹੋ ਗਿਆ ਜੀ। ਸੋ ਤੁਹਾਨੂੰ ਵੀ ਕੁਐਸਚਨ ਆਪਾਂ ਕਰਵਾਇਆ ਸੀਗਾ ਜੀ। ਸੋ ਫੰਕਸ਼ਨ ਕੰਟੀਨਿਊਸ ਹੈ। m+1 ਦੀ ਵੈਲਿਊ 7/3, ਲਾਸਟ ਲੈਕਚਰ 'ਚ ਦੇਖ ਲਓ। m ਦੀ ਵੈਲਿਊ ਕਿੰਨੀ ਹੋ ਗਈ ਜੀ ਫਿਰ 7/3 - 1 4/3। ਸੋ ਸਾਡਾ ਆਨਸਰ ਕਿੰਨਾ ਹੋ ਗਿਆ ਜੀ 4/3। ਡੈਰੀਵੇਟਿਵ ਆ ਜੀ, ਸੌਰੀ ਇੱਥੇ ਆ ਸੀਗਾ। ਸੋ E ਦਾ ਡੈਰੀਵੇਟਿਵ ਕਿਹੜਾ ਆ ਗਿਆ ਜੀ, ਦਿਸ ਵਨ, ਆਪਸ਼ਨ D 37 ਦਾ ਆਨਸਰ ਤੁਹਾਡਾ ਕੀ ਆ ਗਿਆ ਜੀ, D ਆ ਗਿਆ ਜੀ। ਅੱਗੇ ਆਓ ਜੀ। ਕੁਐਸਚਨ ਫਿਰ ਆ ਵੀ ਮੈਂ ਕਰਵਾਇਆ ਸੀਗਾ ਜੀ। dv/dx ਤੁਸੀਂ ਇਹਨੂੰ ਕਰੋਗੇ ਤਾਂ ਇਹ x ਪਲੱਸ, ਮੇਰੇ ਪੁਰਾਣੇ ਲੈਕਚਰ ਦੇਖੋਗੇ ਤਾਂ ਉਹਨਾਂ ਵਿੱਚ ਤੁਹਾਨੂੰ ਮਿਲ ਜਾਣਾ ਜੀ। ਟਰਮ 1 ਦੇ ਮੈਂ ਅਪਲੋਡ ਕੀਤੇ ਸੀਗੇ ਜੀ। ਤੁਸੀਂ ਚੇਨ ਰੂਲ ਲਾਓ। ਸੋ 1/x + x² + 1। ਸੋ x ਦਾ 1 ਆ ਗਿਆ ਜੀ, ਆ 1/2 ਤਾਂ ਚੇਨ ਰੂਲ ਫਿਰ 2x ਆ ਗਿਆ ਜੀ, 2 ਕੈਂਸਲ ਹੋ ਗਿਆ। ਸੋ ਆ ਬਣ ਗਿਆ ਜੀ 1/x x² + 1 ਦਾ ਰੂਟ, ਅਤੇ LCM ਲਿਆ ਜੀ ਇਹ x² + 1 + x/x² + 1। ਸੋ ਆਹ ਤਾਂ ਕੈਂਸਲ ਹੋ ਗਿਆ ਜੀ। ਸੋ ਤੁਹਾਡੇ ਕੋਲ ਆਨਸਰ ਕੀ ਬਣ ਗਿਆ ਜੀ x² + 1। ਸੋ ਕਿਹੜਾ ਆਪਸ਼ਨ ਸੀਗਾ, B ਆਪਸ਼ਨ ਸੀਗੇ ਜੀ। ਤਾਂ ਲੌਗ ਦਾ ਇਹਦਾ ਡੈਰੀਵੇਟਿਵ ਕਿੰਨਾ ਹੁੰਦਾ ਜੀ, ਇਹ ਹੋ ਗਿਆ ਜੀ sec x, ਅਤੇ sec x ਦਾ ਅੱਗੋਂ ਕੀ ਹੁੰਦਾ sec x, tan x ਕੈਂਸਲ ਹੋ ਕੇ tan x ਰਹਿ ਗਿਆ ਜੀ। ਅਤੇ tan x ਜਦੋਂ π/4 ਵੈਲਿਊ ਫਿਲ ਕੀਤੀ ਤਾਂ 1 ਹੋ ਗਿਆ ਜੀ। ਸੋ ਆਨਸਰ ਇਹਦਾ A ਆ ਗਿਆ ਜੀ। ਸੋ ਲਾਸਟ ਕੁਐਸਚਨ ਜੀ, ਪੈਰਾਮੀਟਰਿਕ ਇਕੁਏਸ਼ਨ ਹੈ। ਸੋ dv/dx ਕਿਸ ਦੇ ਇਕੁਅਲ ਹੋਣਾ ਚਾਹੀਦਾ ਜੀ, dv/dθ। ਸੋ dx/dθ, ਸੋ ਉਹ ਕਿੰਨਾ ਬਣ ਗਿਆ ਜੀ, ਉਹ ਬਣ ਗਿਆ ਜੀ 8 cos θ।
ਤੇ ਉਹ dx ਬਾਈ ਡੀ ਥੀਟਾ ਕਿੰਨਾ ਬਣ ਗਿਆ ਜੀ -4 sin ਥੀਟਾ। ਸੋ ਆ ਕਿੰਨਾ ਬਣ ਗਿਆ ਜੀ -2 ਤੇ ਥੀਟਾ ਦੀ ਵੈਲੂ π/6 ਸੀ। ਸੋ cos π/6 ਤੇ sin π/6। ਸੋ -2 ਆ ਬਣ ਗਈ ਸੀ ਜੀ ਤੁਹਾਡੇ ਕੋਲ √2 ਤੇ ਆ ਸੀ ਆ ਤੁਹਾਡੇ ਕੋਲ 1/2 ਆ ਕੈਂਸਲ ਹੋ ਗਿਆ ਜੀ। ਸੋ ਪਿੱਛੇ ਆਂਸਰ ਕਿੰਨਾ ਬਣ ਗਿਆ -2। ਸੋ ਆ ਸੀ। ਸੋ ਦੇਖੋ ਜੀ ਕਿੰਨੇ ਛੇਤੀ ਕੁਐਸਚਨ ਹੋ ਗਏ, 20 ਮਿੰਟ ਵੀ ਨਹੀਂ ਲੱਗੇ, ਨਾਲੇ ਕਾਲੀ ਕਾਲੀ 'ਚ ਕੀਤੇ ਆ। ਸੋ ਬਹੁਤ ਈਜ਼ੀ ਪੇਪਰ ਸੀ ਬੇਟਾ। ਸੋ ਇੱਕ ਮੈਨੂੰ ਖੁਸ਼ੀ ਹੋਈ ਵੀ ਆਪ ਜਿੰਨੇ ਵੀ ਕੁਐਸਚਨਸ ਆਪਣੇ ਸਾਰੇ ਹੀ ਉਹਦੇ ਵਿੱਚੋਂ ਕਰਵਾਏ 'ਚੋਂ ਆ ਗਏ। ਇੱਕ ਵਾਰੀ ਆਪਾਂ ਦੇਖੇ ਹੋਏ ਸੀ, ਚਾਹੇ ਉਹ ਕਲਾਸਰੂਮ ਟੀਚਿੰਗ ਸੀ ਆਪਣੀ ਜਾਂ ਆਪਣੇ YouTube ਵਾਲੇ ਲੈਕਚਰ ਸੀਗੇ। ਸੋ ਹੁਣ ਕੁਛ ਦਿਨਾਂ ਦੇ ਵਿੱਚ ਆਪਾਂ ਟਰਮ 2 ਨੂੰ ਕਰਨਾ ਸ਼ੁਰੂ ਕਰਾਂਗੇ ਬੇਟਾ। ਤਾਂ ਉਹ ਵੀ ਤੁਸੀਂ ਵੀਡੀਓ ਦੇਖਦੇ ਰਹੋ ਜੀ। ਕੋਈ ਡਾਊਟ ਹੋਇਆ ਤਾਂ ਮੈਨੂੰ ਪੁੱਛ ਲਿਓ ਜੀ। ਅਗਰ ਕਿਤੇ ਕੋਈ ਲਿਖਣ ਲੱਗਿਆ ਬੇਧਿਆਨੀ 'ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹ ਮੇਰੇ ਧਿਆਨ 'ਚ ਲਿਆ ਦਿਓ। ਕੋਸ਼ਿਸ਼ ਹੁੰਦੀ ਹੈ ਵੀ ਗਲਤੀ ਨਹੀਂ ਹੁੰਦੀ, ਪਰ ਕੀ ਹੁੰਦਾ ਵੀ ਮਨੁੱਖ ਗਲਤੀਆਂ ਦਾ ਪੁਤਲਾ, ਕਈ ਵਾਰੀ ਨਹੀਂ ਪਤਾ ਲੱਗਦਾ। ਸੋ ਥੈਂਕ ਯੂ ਫਾਰ ਵਾਚਿੰਗ ਬੇਟਾ। ਮਿਲਦੇ ਹਾਂ ਫਿਰ ਇੱਕ ਨਵੇਂ ਲੈਕਚਰ ਦੇ ਵਿੱਚ। ਥੈਂਕ ਯੂ।